दक्षिण के पासे खाते महीन होनी हुई शतान ਦੀਆਂ ਕਨਾਤਾਂ ਹੋਣ ਅਤੇ ਇੱਕ ਪਾਸੇ ਦੀ ਲੰਬਾਈ 100 ਹੱਥ ਹੋਵੇ ਅਤੇ ਉਹਦੀਆਂ ਖੰਭੀਆਂ ਵੀ ਅਤੇ ਉਹਨਾਂ ਦੀਆਂ ਚੀਕੀਆਂ ਵੀ ਪਿੱਤਲ ਦੀਆਂ ਹੋਣ ਅਤੇ ਖੰਭੀਆਂ ਦੇ ਕੁੰਡੇ ਅਤੇ ਉਹਨਾਂ ਦੇ ਕੜੇ ਚਾਂਦੀ ਦੇ ਹੋਣ। ਇਉਂ ਉੱਤਰ ਦੇ ਪਾਸੇ ਵੱਲ 100 ਹੱਥ ਲੰਬੀਆਂ ਕਨਾਤਾਂ ਹੋਣ ਅਤੇ ਉਹਦੀਆਂ ਖੰਭੀਆਂ ਵੀ ਅਤੇ ਉਹਨਾਂ ਦੀਆਂ ਚੀਕੀਆਂ ਵੀ ਪਿੱਤਲ ਦੀਆਂ ਹੋਣ ਅਤੇ ਖੰਭੀਆਂ ਦੇ ਕੁੰਡੇ ਅਤੇ ਉਹਨਾਂ ਦੇ ਕੜੇ ਚਾਂਦੀ ਦੇ ਹੋਣ। ਖਾਤੇ ਦੀ ਚੌੜਾਈ ਤੇ ਲਹਿੰਦੇ ਪਾਸੇ ਵੱਲ 50 ਹੱਥ ਦੀਆਂ ਕਨਾਤਾਂ ਅਤੇ ਉਹਨਾਂ ਦੀਆਂ ਖੰਭੀਆਂ 10 ਅਤੇ ਚੀਕੀਆਂ 10 ਹੋਣ ਅਤੇ ਖਾਤੇ ਦੀ ਚੌੜਾਈ ਚੜ੍ਹਦੇ ਪਾਸੇ ਵੱਲ 50 ਹੱਥ ਹੋਵੇ ਅਤੇ ਫਾਟਕ ਦੇ ਇੱਕ ਪਾਸੇ ਦੀਆਂ ਕਨਾਤਾਂ 15 ਹੱਥ ਹੋਣ ਪਰ ਉਹਨਾਂ ਦੀਆਂ ਖੰਭੀਆਂ 3 ਅਤੇ ਉਹਨਾਂ ਦੀਆਂ ਚੀਕੀਆਂ 3 ਹੋਣ। ਬਸ ਜੀ, ਅਸੀਂ ਸਿੱਖਦੇ ਆ ਰਹੇ ਹਾਂ ਕਾਫੀ ਸਮੇਂ ਤੋਂ, ਪਰ ਜਿਹੜੇ ਭਾਈ ਨਵੇਂ ਜੁੜੇ ਆ ਚਰਚ ਦੇ ਨਾਲ ਸ਼ਾਇਦ ਉਹਨਾਂ ਨੂੰ ਇਹ ਗੱਲ ਸਮਝ ਨਾ ਆਵੇ ਉਹਨਾਂ ਕਿਹਨਾਂ ਖਰੇ ਕੀ ਪੜ੍ਹੀ ਜਾਂਦੇ ਆ। ਪਰ ਮੈਂ ਦੱਸਣਾ ਚਾਹੁੰਦਾ ਕਿ ਇਹ ਜਿਹੜਾ ਹਿੱਸਾ ਅਸੀਂ ਪੜ੍ਹਿਆ ਇਹ ਮਿਲਾਪ ਦੇ ਤੰਬੂ ਦਾ ਇੱਕ ਖਾਸ ਹਿੱਸਾ ਆ। ਔਰ ਮੈਂ ਕਈ ਵਾਰ ਦੱਸਿਆ ਕਿ ਮਿਲਾਪ ਦਾ ਤੰਬੂ ਪਰਮੇਸ਼ਵਰ ਨੇ ਮੂਸਾ ਨੂੰ ਕਿਹਾ ਸੀਗਾ ਕਿ ਜਦ ਤੱਕ ਤੁਸੀਂ ਪੱਕੇ ਭਵਨ ਦੇ ਵਿੱਚ ਆਰਾਧਨਾ ਨਹੀਂ ਕਰਦੇ ਉਦੋਂ ਤੱਕ ਤੁਸੀਂ ਮੇਰਾ ਇੱਕ ਤੰਬੂ ਬਣਾਉਣਾ ਆ। ਉਸ ਤੰਬੂ ਦੇ ਵਿੱਚ ਮੇਰੀ ਹਜ਼ੂਰੀ ਹੋਵੇਗੀ ਔਰ ਉਸ ਤੰਬੂ ਦੇ ਵਿੱਚ ਤੁਹਾਡੀਆਂ ਜਿਹੜੇ ਤੁਹਾਡੇ ਬਲੀਦਾਨ ਆ, ਤੁਹਾਡੀਆਂ ਭੇਟਾਂ ਆ, ਉਹ ਉਸ ਜਗ੍ਹਾ 'ਤੇ ਤੁਸੀਂ ਲੈ ਕੇ ਆਉਣਾ ਆ। ਔਰ ਇੱਕ ਰੀਤ ਦੇ ਅਨੁਸਾਰ ਪਰਮੇਸ਼ਵਰ ਨੇ ਮੂਸਾ ਨੂੰ ਇਹ ਸਾਰੀ ਵਿਧੀ ਦੱਸਿਆ ਕਿ ਕਿਸ ਤਰ੍ਹਾਂ ਦੇ ਨਾਲ ਤੁਸੀਂ ਮੇਰੇ ਕੋਲ ਆਉਣਾ ਆ। ਔਰ ਉਸ ਦੇ ਵਿੱਚ ਪਵਿੱਤਰ ਸਥਾਨ ਔਰ ਅਤੀ ਪਵਿੱਤਰ ਸਥਾਨ ਦਾ ਹਿੱਸਾ ਵੀ ਜਿਹੜਾ ਸੀਗਾ ਉਹ ਰੱਖਿਆ ਗਿਆ, ਜਿਹੜਾ ਬਾਅਦ ਦੇ ਵਿੱਚ ਜਾ ਕੇ ਸੁਲੇਮਾਨ ਨੇ ਜਦੋਂ ਭਵਨ ਬਣਾਇਆ ਅਤੇ ਇਹ ਸਾਰਾ ਜਿਹੜਾ ਮਿਲਾਪ ਦਾ ਤੰਬੂ ਸੀਗਾ ਉਹ ਫਿਰ ਪੱਕਾ ਭਵਨ ਬਣ ਗਿਆ। ਉਹ ਸਾਰੀਆਂ ਚੀਜ਼ਾਂ ਵੈਸੇ ਦੀਆਂ ਵੈਸੇ ਹੀ ਪੱਕੇ ਭਵਨ ਦੇ ਵਿੱਚ ਵੀ ਵੈਸੇ ਹੀ ਰੱਖੀਆਂ ਗਈਆਂ। ਸੋ ਦੱਸਣ ਵਾਲੀ ਗੱਲ ਇਹ ਆ ਕਿ ਜਿਹੜਾ ਮਿਲਾਪ ਦਾ ਤੰਬੂ ਸੀਗਾ ਉਹ ਪਰਮੇਸ਼ਵਰ ਦੀ ਹਜ਼ੂਰੀ ਜਾਂ ਸਵਰਗ ਰਾਜ ਦੀ ਨਕਲ ਸੀਗੀ ਅਤੇ ਯਿਸੂ ਮਸੀਹ ਇਹਦੀ ਕੀ ਆ? ਅਸਲ ਆ। ਮਿਲਾਪ ਦਾ ਤੰਬੂ ਪੂਰੇ ਦਾ ਪੂਰਾ ਪ੍ਰਭੂ ਯਿਸੂ ਮਸੀਹ ਆ। ਆਮੀਨ, ਹਾਲੇਲੂਇਆ। ਜੇ ਪ੍ਰਭੂ ਯਿਸੂ ਮਸੀਹ ਮਿਲਾਪ ਦਾ ਤੰਬੂ ਸੀਗਾ ਤੇ ਫਿਰ ਅਸੀਂ ਵੀ ਮਿਲਾਪ ਦੇ ਤੰਬੂ ਬਣਨਾ ਆ। ਅਸੀਂ ਖੁਦ ਮਿਲਾਪ ਦਾ ਤੰਬੂ ਬਣਨਾ ਆ। ਕਲੀਸਿਆ ਨੇ ਮਿਲ ਕੇ ਮਿਲਾਪ ਦਾ ਤੰਬੂ ਬਣਨਾ ਆ। ਇੱਕ ਇੱਕ ਵਿਸ਼ਵਾਸੀ ਨੇ ਮਿਲਾਪ ਦਾ ਤੰਬੂ ਬਣਨਾ ਆ। ਇਸ ਕਰਕੇ ਅਸੀਂ ਜਿਹੜਾ ਗੀਤ ਵੀ ਲਿਖਿਆ ਸੀਗਾ ਮਿਲਾਪ ਦੇ ਤੰਬੂ ਦੇ ਉੱਪਰ, ਉਹਦੇ ਵਿੱਚ ਕਾਫੀ ਚੀਜ਼ਾਂ ਜਿਹੜੀਆਂ ਇਹ ਦੱਸਦੀਆਂ ਆ ਕਿ ਮਿਲਾਪ ਦੇ ਤੰਬੂ ਵਿੱਚ ਜੋ ਜੋ ਕੁਛ ਹੁੰਦਾ ਸੀ ਨਾ ਉਹ ਸਾਰਾ ਕੁਛ ਸਾਡੇ ਨਾਲ ਹੋਣਾ ਆ। ਆਮੀਨ, ਹਾਲੇਲੂਇਆ। ਹੁਣ ਅਸੀਂ ਪਹਿਲਾਂ ਹਿੱਸਾ ਪੜ੍ਹਦੇ ਸੀਗੇ ਕਨਾਤ ਦਾ ਔਰ ਉਹਦਾ ਪਹਿਲੂ ਅਸੀਂ ਇੱਕ ਲਿਆ ਸੀਗਾ ਮੁਕਤੀ। ਕਨਾਤ ਚਿੱਟੇ ਰੰਗ ਦੀ ਆ ਔਰ ਚਿੱਟਾ ਕਲਰ ਜਿਹੜਾ ਆ ਉਹ ਦੂਰੋਂ ਨਜ਼ਰ ਆਉਂਦਾ ਆ ਔਰ ਚਿੱਟੇ ਰੰਗ ਨੂੰ ਲੋਕੀ ਮੁਕਤੀ ਦਾ ਪ੍ਰਤੀਕ ਸਮਝਦੇ ਆ। ਔਰ ਜਿਹੜੀ ਕਨਾਤ ਆ ਚਿੱਟੇ ਰੰਗ ਦੀ ਹੈ, ਇਸੇ ਕਰਕੇ ਚਿੱਟੇ ਰੰਗ ਨੂੰ ਅਸੀਂ ਪਵਿੱਤਰਤਾ ਦਾ ਵੀ ਪ੍ਰਤੀਕ ਕਹਿੰਦੇ ਹਾਂ। ਔਰ ਇੱਕ ਹਿੱਸਾ ਹੋਰ ਅਸੀਂ ਸਿੱਖਾਂਗੇ, ਜਾਣੀ ਕਨਾਤ ਦੇ 3 ਪਹਿਲੂ ਆ, ਹਾਲੇ ਅਸੀਂ ਦੂਸਰਾ ਪਹਿਲੂ ਸਿੱਖ ਰਹੇ ਹਾਂ। ਸੋ ਖੁਦਾ ਤੁਹਾਨੂੰ ਬਰਕਤ ਦੇਵੇ। ਅਸੀਂ ਪਿਛਲੇ ਦਿਨਾਂ ਦੇ ਵਿੱਚ 9ਵਾਂ ਹਿੱਸਾ ਜਿਹੜਾ ਸਿੱਖਿਆ ਸੀਗਾ ਔਰ ਉਹ ਮੈਂ YouTube 'ਤੇ ਪਾ ਚੁੱਕਾ ਹਾਂ, ਤੁਸੀਂ ਵੇਖ ਸਕਦੇ ਹੋ, ਸੁਣ ਸਕਦੇ ਜੇ ਤੁਸੀਂ ਯਾਦ ਕਰਨਾ ਚਾਹੁੰਦੇ ਕੁਛ ਗੱਲਾਂ। ਔਰ ਅੱਜ 10ਵਾਂ ਹਿੱਸਾ ਜਿਹੜਾ ਅਸੀਂ ਪੜ੍ਹਾਂਗੇ। ਅਸੀਂ ਦਾਨੀਏਲ ਦੀ ਕਿਤਾਬ 'ਤੇ ਪਿਛਲੇ ਹਫ਼ਤੇ ਵਿੱਚ ਆਪਣਾ ਸਟਾਪ ਕਰ ਦਿੱਤਾ ਸੀ, ਰੁਕ ਗਏ ਸੀ। ਅਸੀਂ ਆਪਣੇ ਕਲਾਮ ਦੇ ਹਿੱਸੇ ਨੂੰ ਅੱਗੇ ਨਹੀਂ ਤੋਰਿਆ ਕਿਉਂਕਿ ਟਾਈਮ ਹੋ ਗਿਆ ਸੀਗਾ। ਔਰ ਹੁਣ ਜਿਹੜਾ ਅਸੀਂ ਦਾਨੀਏਲ ਦੀ ਕਿਤਾਬ ਦਾ ਹਿੱਸਾ ਨਹੀਂ ਪੜ੍ਹਾਂਗੇ ਕਿਉਂਕਿ ਸਾਨੂੰ ਪਤਾ ਲੱਗ ਗਿਆ ਕਿ ਜਿਹੜੀ ਦਾਨੀਏਲ ਨੇ ਇੱਕ ਦਰਸ਼ਨ ਵੇਖਿਆ, ਰਾਜੇ ਨੂੰ ਦੱਸਿਆ ਕਿ ਜਿਹੜੀ ਮੂਰਤ ਆ ਉਹਦਾ ਮਤਲਬ ਕੀ ਆ ਔਰ ਉਹਦੇ ਜਿਹੜੇ ਮੂਰਤ ਬਣਾਈ ਹੋਈ ਆ, ਮੂਰਤ ਦੇਖੀ ਆ ਦਰਸ਼ਨ ਦੇ ਵਿੱਚ, ਉਹਦੇ ਬਾਡੀ ਦੇ ਪਾਰਟ ਜਿਹੜੇ ਆ ਉਹ ਕੀ ਬਿਆਨ ਕਰਦੇ ਆ, ਅਸੀਂ ਸਿੱਖ ਕੇ ਆਏ ਹਾਂ। ਔਰ ਉਸ ਤੋਂ ਬਾਅਦ ਸਿੱਖਦੇ ਅੱਗੇ ਜਾਵਾਂਗੇ। ਪਹਿਲੀ ਸਦੀ ਤੋਂ ਤੀਸਰੀ ਸਦੀ ਤੱਕ ਕਲੀਸਿਆ ਅੱਗੇ ਵਧ ਰਹੀ ਸੀਗੀ। ਕਿਹੜੀ ਸਦੀ ਤੋਂ? ਪਹਿਲੀ ਸਦੀ ਤੋਂ ਔਰ ਤੀਸਰੀ ਸਦੀ ਤੱਕ ਕਲੀਸਿਆ ਅੱਗੇ ਵੱਧਦੀ ਪਈ ਸੀਗੀ ਕਿਉਂਕਿ ਉਸ ਤੋਂ ਬਾਅਦ ਪ੍ਰਭੂ ਯਿਸੂ ਮਸੀਹ ਦਾ ਆਉਣਾ ਹੋ ਗਿਆ ਸੀਗਾ ਔਰ ਪ੍ਰਭੂ ਯਿਸੂ ਮਸੀਹ ਨੇ 12 ਚੇਲੇ ਜਿਹੜੇ ਸੀ ਮੱਸਾ ਕੀਤੇ, ਉਹਨਾਂ ਵਿੱਚੋਂ ਇੱਕ ਨਿਕਲ ਗਿਆ, 11 ਰਹਿ ਗਿਆ, ਫਿਰ 12 ਮੈਨੂੰ ਮੱਸਾ ਕੀਤਾ। ਉਸ ਤੋਂ ਬਾਅਦ ਪ੍ਰਭੂ ਯਿਸੂ ਮਸੀਹ ਨੇ 70 ਚੇਲਿਆਂ ਦਾ ਵੀ ਚੁਣਾਵ ਕੀਤਾ, ਉਹਨਾਂ ਨੂੰ ਸੇਵਾ ਦੇ ਵਾਸਤੇ ਭੇਜ ਦਿੱਤਾ। ਪਰ ਬਾਅਦ ਦੇ ਵਿੱਚ ਪ੍ਰਭੂ ਯਿਸੂ ਮਸੀਹ ਦੇ ਜਿਹੜੇ ਸ਼ਾਗਿਰਦ ਸੀਗੇ ਉਹਨਾਂ ਨੂੰ ਬਹੁਤ ਸਾਰੀਆਂ ਮੁਸੀਬਤਾਂ ਦਾ ਸਾਹਮਣਾ ਕਰਨਾ ਪਿਆ। ਚੇਲਿਆਂ ਨੂੰ ਬਹੁਤ ਸਾਰੀਆਂ ਮੁਸੀਬਤਾਂ ਦਾ ਸਾਹਮਣਾ ਕਰਨਾ ਪਿਆ ਕਿਉਂਕਿ ਮਸੀਹ ਦਾ ਪ੍ਰਚਾਰ ਕਰਨਾ ਜਿਹੜਾ ਉਸ ਸਮੇਂ ਵਿੱਚ ਵੀ ਬੜਾ ਮੁਸ਼ਕਲ ਸੀਗਾ ਅਤੇ ਅੱਜ ਵੀ ਬੜਾ ਮੁਸ਼ਕਲ ਹੋਇਆ ਪਿਆ ਆ। ਸੋ ਇਸ ਕਰਕੇ ਅਸੀਂ ਬੜੀ ਹੀ ਹੁਸ਼ਿਆਰੀ ਦੇ ਨਾਲ ਮਸੀਹ ਦਾ ਪ੍ਰਚਾਰ ਕਰਦਿਆਂ ਹੋਇਆਂ ਆਪਣੀ ਜ਼ਿੰਦਗੀ ਦੇ ਸਫ਼ਰ ਨੂੰ ਅਸੀਂ ਕੀ ਕਰਨਾ? ਪੂਰਾ ਕਰਨਾ ਆ। ਤਾਂ ਕਰਕੇ ਪ੍ਰਭੂ ਯਿਸੂ ਮਸੀਹ ਨੇ ਕਿਹਾ ਸੀਗਾ ਕਿ ਤੁਸੀਂ ਸੱਪਾਂ ਦੀ ਤਰ੍ਹਾਂ, ਹਾਂਜੀ ਬੋਲੀਏ, ਤੇ ਕਬੂਤਰਾਂ ਦੀ ਤਰ੍ਹਾਂ
ਹਾਂ, ਕਬੂਤਰਾਂ ਤਰ੍ਹਾਂ ਵੀ ਹੁਸ਼ਿਆਰ ਤੇ ਸੱਪਾਂ ਤਰ੍ਹਾਂ ਵੀ ਹੁਸ਼ਿਆਰ ਨਹੀਂ, ਇੱਦਾਂ ਨਹੀਂ। ਸੱਪਾਂ ਦੀ ਤਰ੍ਹਾਂ ਕੀ ਕਰਨਾ ਸੀ? ਹੁਸ਼ਿਆਰ ਰਹਿਣਾ ਆ, ਤੇ ਕਬੂਤਰਾਂ ਦੀ ਤਰ੍ਹਾਂ ਭੋਲੇ। ਭੋਲੇ ਕਦੋਂ ਹੋਣਾ ਆ? ਫਿਰ ਕਦੇ ਰੱਬ ਨੇ ਚਾਹਿਆ ਦੱਸਾਂਗੇ। ਤੇ ਅਸੀਂ ਜਿਹੜਾ ਹੁਸ਼ਿਆਰ ਰਹਿਣਾ ਆ, ਕਿਉਂਕਿ ਸਾਡੇ ਜਿਹੜੇ ਕੰਨ ਜਿਹੜੇ ਆ ਨਾ ਉਹ ਹਮੇਸ਼ਾ ਹੀ ਖੁੱਲ੍ਹੇ ਰਹਿਣੇ ਚਾਹੀਦੇ ਆ। ਸਾਡੀਆਂ ਅੱਖੀਆਂ ਜਿਹੜੀਆਂ ਆ ਉਹ ਹਮੇਸ਼ਾ ਹੀ ਜਿਹੜੀਆਂ ਆ ਪਰਮੇਸ਼ਵਰ ਦੇ ਉੱਤੇ, ਯਿਸੂ ਮਸੀਹ ਦੇ ਉੱਤੇ, ਕਲਾਮ ਦੇ ਉੱਤੇ ਲੱਗੀਆਂ ਰਹਿਣੀਆਂ ਚਾਹੀਦੀਆਂ ਆ। ਅਤੇ ਇਸ ਕਰਕੇ ਜਿੱਦਾਂ ਸੱਪ ਹੁਸ਼ਿਆਰ ਆ ਹੈ ਨਾ, ਉਹ ਧਮਕ ਨੂੰ ਪਛਾਣ ਲੈਂਦਾ ਵੀ ਕੌਣ ਬੰਦਾ ਜਿਹੜਾ ਮੇਰੇ 'ਤੇ ਅਟੈਕ ਕਰਨ ਵਾਲਾ। ਜ਼ਮੀਨ ਦੀ ਧਮਕ ਤੋਂ ਇਹਨੂੰ ਪਤਾ ਲੱਗ ਜਾਂਦਾ, ਅਤੇ ਸਾਨੂੰ ਵੀ ਦੁਨੀਆ ਦੀ ਧਮਕ ਤੋਂ ਹੀ ਪਤਾ ਲੱਗ ਜਾਣਾ ਚਾਹੀਦਾ ਕਿ ਹੁਣ ਸਾਡੇ ਨਾਲ ਕੀ ਹੋਣ ਵਾਲਾ ਆ। ਸੋ ਕਲੀਸਿਆ ਅੱਗੇ ਵੱਧਦੀ ਸੀਗੀ, ਪਹਿਲੀ ਸਦੀ ਤੋਂ ਤੀਸਰੀ ਸਦੀ ਤੱਕ ਕਲੀਸਿਆ ਅੱਗੇ ਵੱਧਦੀ ਸੀਗੀ। ਪਰ ਕਲੀਸਿਆ ਜਿਹੜੀ ਪਹਿਲੀ ਸਦੀ ਦੀ ਕਲੀਸਿਆ ਸੀਗੀ ਬੜੇ ਕਸ਼ਟਾਂ ਵਿੱਚੋਂ ਨਿਕਲ ਕੇ ਆਈ, ਕਿਉਂਕਿ ਉਸ ਵੇਲੇ ਰੋਮ ਦਾ ਰਾਜ ਸੀਗਾ, ਔਰ ਰੋਮ ਦੇ ਜਿਹੜੇ ਰਾਜੇ ਸੀਗੇ ਉਹਨਾਂ ਨੇ ਮਸੀਹਾਂ ਦੇ ਉੱਤੇ ਬੜਾ ਜ਼ੁਲਮ ਕੀਤਾ, ਔਰ ਜ਼ੁਲਮ ਕਰਦਿਆਂ ਉਹ ਜਿਹੜੇ ਮਸੀਹੀ ਲੋਕਾਂ ਦਾ ਬੰਦਗੀ ਕਰਨਾ ਬੜਾ ਹੀ ਔਖਾ ਹੋ ਗਿਆ ਸੀਗਾ। ਔਰ ਉਹਨਾਂ ਦਿਨਾਂ ਦੇ ਵਿੱਚ ਇੱਕ ਰਾਜਾ ਕੌਂਸਟੈਂਟਾਈਨ ਜਿਹੜਾ ਸੀਗਾ ਉਹ ਆਇਆ, ਔਰ ਉਹਨੇ ਆਪਣੇ ਆਪ ਨੂੰ ਚੇਂਜ ਕਰ ਲਿਆ। ਚੇਂਜ ਕਿਉਂ ਕੀਤਾ? ਕਿਉਂਕਿ ਉਹਨੂੰ ਇੱਕ ਦਰਸ਼ਨ ਮਿਲ ਗਿਆ। ਉਸ ਦਰਸ਼ਨ ਦੇ ਵਿੱਚ ਉਹਨੇ ਜੋ ਵੇਖਿਆ ਤੇ ਉਹਦਾ ਮਨ ਜਿਹੜਾ ਸੀਗਾ ਨਾ ਉਸ ਸ਼ਾਸਕ ਵੱਲੋਂ, ਉਸ ਸ਼ਾਸਨ ਦੇ ਵੱਲੋਂ ਮੁੜਿਆ, ਤੇ ਉਹਨੇ ਪ੍ਰਭੂ ਯਿਸੂ ਮਸੀਹ ਨੂੰ ਕਬੂਲ ਕਰ ਲਿਆ। ਉਸ ਰਾਜੇ ਨੇ, ਉਸ ਦਾ ਨਾਮ ਹੈਗਾ ਕੌਂਸਟੈਂਟਾਈਨ, CONSTANTINE। ਔਖਾ ਜਿਹਾ ਪਰ ਤੁਸੀਂ ਸਮਝ ਆਏ ਹੈ ਨਾ। ਸੋ ਉਹਨੇ ਆਪਣੇ ਆਪ ਨੂੰ ਪਹਿਲਾ ਰਾਜਾ ਸੀਗਾ ਜਿਹੜਾ ਉਸ ਵੇਲੇ ਕਨਵਰਟ ਹੋਇਆ, ਜਿਹੜਾ ਮਸੀਹੀ ਬਣਿਆ ਉਸ ਸਮੇਂ ਰੋਮਨ ਸਰਕਾਰ ਦੇ ਵਿੱਚੋਂ ਪਹਿਲਾ ਰਾਜਾ ਸੀਗਾ ਜਿਹੜਾ ਉਸ ਵੇਲੇ ਕਨਵਰਟ ਹੋ ਗਿਆ। ਔਰ ਇਹ ਰੋਮ ਦਾ ਬੜਾ ਮਹਾਨ ਰਾਜਾ ਸੀਗਾ। ਔਰ ਇਹਨੇ ਦਰਸ਼ਨ ਕੀ ਵੇਖਿਆ ਸੀਗਾ? ਜਦੋਂ ਇਹਨੇ ਚੜ੍ਹਾਈ ਕਰਨੀ ਸੀ ਕਿਸੇ ਦੇਸ਼ ਦੇ ਉੱਤੇ, ਤੇ ਇਹਨੇ ਇੱਕ ਸੁਪਨਾ ਵੇਖਿਆ। ਸੁਪਨੇ ਵਿੱਚ ਕੀ ਵੇਖਿਆ ਕਿ ਇਹਦੇ ਝੰਡੇ ਦੇ ਉੱਤੇ ਨਾ ਸਲੀਬ ਦਾ ਨਿਸ਼ਾਨ ਬਣਿਆ ਹੋਇਆ, ਤੇ ਸਲੀਬ ਦਾ ਨਿਸ਼ਾਨ ਬਣਿਆ, ਤੇ ਜਿਸ ਸ਼ਹਿਰ ਵਿੱਚ ਜਾਂਦਾ ਆ, ਜਿਸ ਰਾਜ ਦੇ ਉੱਪਰ ਚੜ੍ਹਾਈ ਕਰਦਾ ਆ, ਉੱਥੇ ਉਹਨੂੰ ਫਤਿਹ ਮਿਲਦੀ ਆ। ਸੋ ਇਸ ਕਰਕੇ ਉਹਨੇ ਕੀ ਕੀਤਾ? ਉਹਨੇ ਕਿਹਾ ਵੀ ਇਹ ਤਾਂ ਨਿਸ਼ਾਨ ਜਿਹੜਾ ਮੇਰੇ ਵਾਸਤੇ ਬੜਾ ਫਾਇਦੇਮੰਦ ਆ। ਉਹਨੇ ਕਿਹਾ ਜਦੋਂ ਆਪਾਂ ਕੱਲ੍ਹ ਨੂੰ ਲੜਾਈ ਲੜਨੀ ਆ ਨਾ, ਤੇ ਜਿਹੜੇ ਝੰਡੇ ਹੋਣਗੇ, ਸਾਡੇ ਫਲੈਗ ਹੋਣਗੇ, ਉਹਨਾਂ ਸਾਰੇ ਉੱਤੇ ਸਲੀਬ ਦਾ ਨਿਸ਼ਾਨ ਬਣਾਇਆ ਜਾਵੇ, ਤਾਂ ਕਿ ਅਸੀਂ ਜਿਹੜਾ ਸੁਪਨਾ ਆ ਉਹ ਵੇਖ ਸਕਾਂ ਕਿ ਸੁਪਨਾ ਸੱਚਾ ਆ। ਸੋ ਸੁਪਨਾ ਜਦੋਂ ਉਹਨੇ ਵੇਖਿਆ, ਉਹਨੇ ਸੱਚੀ ਮੁੱਚ ਇੱਦਾਂ ਕਰ ਲਿਆ, ਤੇ ਉਹ ਫਿਰ ਜਿੱਤਦਾ ਹੀ ਗਿਆ, ਫਿਰ ਹਰਿਆ ਨਹੀਂ। ਇਹ ਪਹਿਲਾ ਰਾਜਾ ਸੀ ਜਿਹਨੇ ਆਪਣੇ ਆਪ ਨੂੰ ਕਨਵਰਟ ਕੀਤਾ। ਇਹ 306 ਤੋਂ 337 ਤੱਕ ਜਿਹੜਾ ਸੀਗਾ ਇਹ ਰਾਜਾ ਰਿਹਾ। ਔਰ ਉਸ ਤੋਂ ਬਾਅਦ ਤਿੰਨ ਜਿਹੜੇ ਸੀਗੇ ਧੜੇ ਜਿਹੜੇ ਸੀਗੇ ਉਹ ਬਣ ਚੁੱਕੇ ਸੀਗੇ। ਇੱਕ ਬਾਬਲ ਧਰਮ ਦੇ ਵਿੱਚੋਂ, ਬਾਬਲ ਧਰਮ ਦੀ ਸੰਨਿਆਸਨ ਦਾ ਇੱਕ ਧੜਾ ਸੀਗਾ, ਗਰੁੱਪ ਸੀਗਾ, ਔਰ ਇੱਕ ਕਰਮੇਲ ਸੰਨਿਆਸਨ ਦਾ ਧੜਾ ਸੀਗਾ, ਔਰ ਇੱਕ ਸੀਗਾ ਦਮਾਸਕਸ ਦੀ ਟੋਲੀ। ਜਾਣੀ ਕਿ ਤਿੰਨ ਗਰੁੱਪਾਂ ਨੇ ਮਿਲ ਕੇ ਇਹਨਾਂ ਨੇ ਰੋਮਨ ਕੈਥੋਲਿਕ ਨੂੰ ਜਿਹੜਾ ਸੀਗਾ ਉਹ ਜਾਣੀ ਕਿ ਬਿਲਟ ਕੀਤਾ, ਇਕੱਠਿਆਂ ਕੀਤਾ, ਔਰ ਰੋਮਨ ਕੈਥੋਲਿਕ ਨੂੰ ਇਹਨਾਂ ਨੇ ਜਿਹੜਾ ਸੀਗਾ ਉਹ ਸਥਾਪਿਤ ਕਰ ਲਿਆ। ਇਹ ਤਿੰਨ ਗਰੁੱਪ ਸੀਗੇ, ਜਿਵੇਂ ਅੱਜ ਵੀ ਅਸੀਂ ਸੁਣਦੇ ਹਾਂ ਕਿ ਤਿੰਨ ਗਰੁੱਪ ਜਿਹੜੇ ਆ ਬਣਦੇ ਪਏ ਆ, ਤਾਂ ਕਿ ਉਹ ਮਸੀਹਤ ਨੂੰ ਜਾਂ ਵਿਸ਼ਵਾਸੀਆਂ ਨੂੰ ਵਿਸ਼ਵਾਸ ਕਰਨ ਤੋਂ ਰੋਕਣ, ਔਰ ਪ੍ਰਭੂ ਵਿੱਚ ਵਧਣ ਤੋਂ ਉਹ ਰੋਕਣ। ਜਿਵੇਂ ਕੈਥੋਲਿਕ ਦੇ ਸਮੇਂ ਦੇ ਵਿੱਚ ਸੋ ਅਗਰ ਮੇਰਾ ਭਾਈ ਕੋਈ ਇੱਥੇ ਕੈਥੋਲਿਕ ਵਾਲਾ ਆ ਤੇ ਗੱਲ ਨੂੰ ਸਮਝਣ ਦੀ ਕੋਸ਼ਿਸ਼ ਕਰਨਾ, ਗੁੱਸਾ ਨਾ ਕਰਿਓ। ਸੋ ਕੈਥੋਲਿਕ ਤਿੰਨ ਧੜਿਆਂ ਨੂੰ ਮਿਲ ਕੇ ਜਿਹੜਾ ਕੈਥੋਲਿਕ ਜਿਹੜਾ ਸੀਗਾ ਉਹ ਬਣ ਗਿਆ, ਔਰ ਇਹਨਾਂ ਨੇ ਮਿਲ ਕੇ ਜਿਹੜਾ ਸੀਗਾ ਆਪਣੇ ਧਰਮ ਨੂੰ ਜਿਹੜਾ ਸੀਗਾ ਬੜਾ ਹੀ ਮਜ਼ਬੂਤ ਕਰ ਲਿਆ। ਸੋ ਮੈਂ ਜ਼ਿਆਦਾ ਗਹਿਰਾਈ ਵਿੱਚ ਨਹੀਂ ਜਾਵਾਂਗਾ, ਕਿਉਂਕਿ ਹੋ ਸਕਦਾ ਜਦੋਂ ਇਹਨੂੰ ਅਸੀਂ YouTube 'ਤੇ ਪਾਈਏ ਤੇ ਸ਼ਾਇਦ ਇਹ ਬੰਦ ਹੀ ਨਾ ਹੋ ਜਾਵੇ। ਅੱਜ ਕੱਲ੍ਹ ਜਦੋਂ YouTube 'ਤੇ ਅਸੀਂ ਕੋਈ ਮੈਸੇਜ ਪਾਉਂਦੇ ਨਾ, ਵੀਡੀਓ ਵਗੈਰਾ ਅਪਲੋਡ ਕਰਦੇ ਹਾਂ, ਤੇ ਇੱਥੋਂ ਦੀ ਗੌਰਮੈਂਟ ਵੀ ਉਹਨੂੰ ਚੈੱਕ ਕਰਦੀ ਆ। ਚੈੱਕ ਕਰਨ ਤੋਂ ਬਾਅਦ ਫਿਰ ਉਹ ਦੁਬਾਰਾ ਅਗਰ ਉਹ ਚੀਜ਼ ਅਪਲੋਡ ਹੋਣ ਵਾਲੀ ਤਾਂ ਫਿਰ ਉਹਨੂੰ ਅਪਲੋਡ ਕਰਦੇ ਆ, ਨਹੀਂ ਤਾਂ ਉਹਨੂੰ ਜਿਹੜਾ ਆ ਡਿਲੀਟ ਕਰ ਦਿੰਦੇ ਆ। ਤੁਸੀਂ ਵੀ ਸੋਚ ਸਮਝ ਕੇ ਕੋਈ ਪੋਸਟ ਪਾਇਆ ਕਰੋ। ਇੱਥੋਂ ਦੀ ਗੌਰਮੈਂਟ ਜਿਹੜੀ ਆ ਉਹ ਹਰ ਚੀਜ਼ ਦੇ ਉੱਪਰ ਨਿਗਰਾਨੀ ਰੱਖਦੀ ਹੈ। ਸੋ ਅਸੀਂ ਬੜਾ ਹੀ ਸੋਚ ਸਮਝ ਕੇ ਜਿਹੜਾ ਚੱਲਣਾ ਆ, ਕਿਉਂਕਿ ਅਸੀਂ ਵਿਸ਼ਵਾਸੀ, ਸਾਡੇ 'ਤੇ ਨਜ਼ਰ ਜਿਹੜੀ ਆ ਉਹ ਬਹੁਤਿਆਂ ਦੀ ਲੱਗੀ ਹੈ ਨਾ, ਪੂਰੀ ਦੁਨੀਆ ਦੀ ਨਜ਼ਰ ਜਿਹੜੀ ਵਿਸ਼ਵਾਸੀਆਂ ਦੇ ਉੱਤੇ ਲੱਗੀ ਹੋਈ ਆ। ਸੋ ਇਹਨਾਂ ਨੇ ਮਿਲ ਕੇ ਰੋਮਨ ਕੈਥੋਲਿਕ ਨੂੰ ਜਿਹੜਾ ਮਜ਼ਬੂਤੀ ਦਿੱਤੀ, ਔਰ ਉਸ ਰਾਜੇ ਦੇ ਦੁਆਰਾ ਦੋ ਪ੍ਰਕਾਰ ਦੇ ਜਿਹੜੇ ਸੀਗੇ ਮਸੀਹੀ ਲੋਕ ਜਿਹੜੇ ਆ ਉਹ ਹੋਂਦ ਦੇ ਵਿੱਚ ਆਏ। ਉਸ ਰਾਜਾ ਦੇ ਦੁਆਰਾ ਦੋ ਤਰ੍ਹਾਂ ਦੇ ਵਿਸ਼ਵਾਸੀ ਜਿਹੜੇ ਸੀਗੇ ਉਹ ਇਸ ਦੁਨੀਆ ਦੇ ਵਿੱਚ ਬਣ ਗਏ। ਜਿਵੇਂ ਅਸੀਂ ਸਿੱਖਿਆ ਸੀਗਾ ਨਾ ਕਿ ਫਰੀਸੀ ਔਰ ਸਦੂਕੀ ਦੋ ਧੜੇ ਆ ਗਏ ਸੀਗੇ, ਔਰ ਜੋ ਜਰੂਸ਼ਲਮ ਦੇ ਵਿੱਚ, ਯਹੂਦਾ ਦੇ ਵਿੱਚ, ਇਸਰਾਇਲ ਦੇ ਵਿੱਚ ਜਿਹੜੇ ਸੀਗੇ ਉਹ ਦੋ ਧੜੇ ਬਣ ਗਏ, ਫਰੀਸੀਆਂ ਦਾ ਤੇ ਸਦੂਕੀਆਂ ਦਾ। ਉਸੇ ਤਰ੍ਹਾਂ ਇਸ ਰਾਜਾ ਦੇ ਦੁਆਰਾ ਜਿਹੜੇ ਸੀਗੇ ਉਹ ਦੋ ਗਰੁੱਪ ਬਣ ਗਏ ਵਿਸ਼ਵਾਸੀਆਂ ਦੇ। ਔਰ ਦੋ ਗਰੁੱਪ ਜਦੋਂ ਬਣ ਗਏ ਤੇ ਇੱਕ ਗਰੁੱਪ ਜਿਹੜਾ ਸੀਗਾ ਉਹ ਸਿਰਫ ਜ਼ਿਆਦਾ ਸਰੀਰ ਦੀਆਂ ਹੀ ਗੱਲਾਂ ਕਰਦੇ ਸੀਗੇ,
ਜਾਣੀ ਕਿ ਆਸ਼ੀਸ਼ਾਂ ਦੇ ਬਰਕਤਾਂ ਵਾਲਾ ਗਰੁੱਪ ਉਹਨਾਂ ਨੂੰ ਕਹਿ ਸਕਦੇ ਅਸੀਂ। ਤੇ ਦੂਸਰਾ ਜਿਹੜਾ ਸੀਗਾ ਉਹ ਜਿਹੜਾ ਗਰੁੱਪ ਸੀਗਾ ਉਹ ਸਿਰਫ ਰੱਬ ਦੇ ਪਿੱਛੇ ਚੱਲਣ ਵਾਲੇ ਸੀਗੇ। ਜਿਸ ਤਰ੍ਹਾਂ ਹੁਣੇ ਰਮੇਸ਼ ਸਾਹਿਬ ਨੇ, ਲਾਡੀ ਸਾਹਿਬ ਨੇ ਇੱਕ ਐਤ ਵੀ ਪੜ੍ਹੀ ਸੀਗੀ ਯਹੋਸ਼ੂਆ ਦੇ ਵਿੱਚੋਂ ਨਾ, ਕੀ ਸੀ ਪਹਿਲਾਂ ਉਹ? ਹਾਂਜੀ, ਯਹੋਵਾ ਦੀ ਉਪਾਸਨਾ ਕਰਾਂਗੇ, ਹੈ ਨਾ। ਸੋ ਇੱਦਾਂ ਦੇ ਲੋਕ ਸੀਗੇ ਵੀ ਅਸੀਂ ਉਪਾਸਨਾ ਕਰਨੀ ਆ, ਸਾਨੂੰ ਹੋਰ ਕਿਸੇ ਚੀਜ਼ ਨਾਲ ਕੋਈ ਮਤਲਬ ਨਹੀਂ ਆ। ਸੋ ਦੋ ਧੜੇ ਬਣ ਗਏ। ਇੱਕ ਜਿਹੜੇ ਕਹਿੰਦੇ ਸੀਗੇ ਨਹੀਂ, ਇਸ ਧਰਤੀ ਤੇ ਸਾਰਾ ਜਿਹੜਾ ਆ ਸਰੀਰਕਤਾ ਦੇ ਵਿੱਚ ਹੀ ਸੁੱਖ ਆ, ਔਰ ਸਰੀਰਕਤਾ ਦੇ ਵਿੱਚ ਹੀ ਜਿਹੜਾ ਆ ਸਾਨੂੰ ਰੱਬ ਦੀ ਪ੍ਰਾਪਤੀ ਹੋ ਸਕਦੀ ਆ। ਇਹ ਜਿਹੜਾ ਤੁਹਾਨੂੰ ਮੈਂ ਦੱਸਿਆ ਸੀਗਾ ਬਾਬਲ ਧਰਮ ਦੀ ਸੰਨਿਆਸਨ ਔਰ ਕਰਮਲ ਸੰਨਿਆਸਨ ਸੀਗੇ, ਉਹਨਾਂ ਦਾ ਵਿਸ਼ਵਾਸ ਇੱਦਾਂ ਦਾ ਸੀਗਾ ਕਿ ਸਰੀਰ ਦਾ ਸੁੱਖ ਜਿਹੜਾ ਹੈ ਨਾ, ਇਹੋ ਜਿਹੜਾ ਆ ਸਾਨੂੰ ਰੱਬ ਦੀ ਪ੍ਰਾਪਤੀ ਕਰਾ ਸਕਦਾ ਆ। ਸੋ ਕੁਝ ਬਰਕਤਾਂ ਵਾਲੇ ਸੀਗੇ ਔਰ ਕੁਝ ਸਿਰਫ ਰੱਬ ਦੇ ਪਿੱਛੇ ਹੀ ਚੱਲਣ ਵਾਲੇ ਸੀਗੇ। ਸੋ ਨਮਰੋਦ ਦੀ ਮਾਂ ਦਾ ਨਾਮ ਜਿਹੜਾ ਸੀ, ਨਮਰੋਦ ਪੜ੍ਹ ਕੇ ਆਏ ਆ ਪਹਿਲਾਂ ਤੋਂ, ਔਰ ਉਸਦਾ ਨਾਮ ਮਿਸਰਾਮੀ ਸੀ, ਜੋ ਆਪਣੇ ਆਪ ਨੂੰ ਅਸਮਾਨ ਦੀ ਰਾਣੀ ਕਹਿੰਦੀ ਸੀ। ਹੁਣ ਤੁਹਾਨੂੰ ਸਮਝ ਆਣੀ ਥੋੜ੍ਹੀ ਜਿਹੀ ਕਿ ਉਹ ਜਿਹੜੀ ਨਮਰੋਦ ਦੀ ਮਾਂ ਸੀਗੀ, ਉਹ ਆਪਣੇ ਆਪ ਨੂੰ ਅਸਮਾਨ ਦੀ ਰਾਣੀ ਕਹਿੰਦੀ ਸੀਗੀ। ਜਾਣੀ ਕਹਿੰਦੀ ਵੀ ਅਸਮਾਨ ਮੇਰੀ ਮੰਨਦੇ ਆ। ਜੇ ਮਾਂ ਹੈ ਨਾ ਅਸਮਾਨ ਦੀ, ਤਾਂ ਉਹ ਕਹਿੰਦੀ ਅਸਮਾਨ ਮੇਰੀ ਮੰਨਦੇ ਆ। ਤੇ ਬਾਅਦ ਦੇ ਵਿੱਚ ਜਿਹੜਾ ਸੀਗਾ ਮੈਂ ਦੱਸਣਾ ਚਾਹੁੰਦਾ ਕਿ ਇਸੇ ਹੀ ਜਿਹੜੀ ਮਿਸਰਾਮੀ ਨੂੰ ਮਰੀਅਮ ਦਾ ਨਾਮ ਜਿਹੜਾ ਉਹ ਬਣਾ ਕੇ ਪੇਸ਼ ਕੀਤਾ ਗਿਆ ਕਿ ਮਰੀਅਮ ਵੀ ਅਸਮਾਨਾਂ ਤੱਕ ਸਾਡੀਆਂ ਪ੍ਰਾਰਥਨਾਵਾਂ ਨੂੰ ਪਹੁੰਚਾਉਂਦੀ ਹੈ। ਸੋ ਇਸ ਤਰ੍ਹਾਂ ਉਹਨਾਂ ਨੇ ਮਿਕਸ ਜਿਹਾ ਕੰਮ ਕਰ ਦਿੱਤਾ, ਜਿਹੜਾ ਅੱਜ ਤੱਕ ਕਲੀਸਿਆ ਨੂੰ ਜਾਂ ਵਿਸ਼ਵਾਸੀਆਂ ਨੂੰ ਸਮਝ ਨਹੀਂ ਆ ਰਹੀ, ਕਿਉਂਕਿ ਇੰਨੀ ਗਹਿਰਾਈ ਦੇ ਵਿੱਚ ਕੋਈ ਜਾਂਦਾ ਵੀ ਨਹੀਂ ਹੈਗਾ। ਤੇ ਕਹਿੰਦਾ ਛੱਡੋ, ਕੀ ਲੋੜ ਹੈ ਨਾ ਇੱਧਰ ਜਾਣ ਦੀ, ਤੇ ਬਸ ਇੱਦਾਂ ਹੀ ਛਿੱਟਾ ਮਾਰੋ ਤੇ ਬਪਤਿਸਮਾ ਦਿਓ ਤੇ ਬਾਕੀ ਓਕੇ ਰਿਪੋਰਟ ਹੈ ਨਾ। ਗਹਿਰਾਈ ਵਿੱਚ ਜਾਣ ਦੀ ਕੋਈ ਕੋਸ਼ਿਸ਼ ਹੀ ਨਹੀਂ ਕਰਦਾ। ਸੋ ਜਦੋਂ ਦੋ ਹਿੱਸੇ ਰੋਮਨ ਜਿਹੜਾ ਸੀਗਾ ਆਰਸੀ ਰੋਮਨ ਕੈਥੋਲਿਕ ਦੋ ਹਿੱਸੇ ਹੋ ਗਿਆ, ਤੇ ਇਹਨਾਂ ਨੇ ਮਰੀਅਮ ਨੂੰ ਆਕਾਸ਼ ਦੀ ਰਾਣੀ ਕਹਿਣਾ ਸ਼ੁਰੂ ਕਰ ਦਿੱਤਾ। ਕਹਿੰਦੇ ਇੱਦਾਂ? ਹਾਂਜੀ, ਤੁਹਾਨੂੰ ਪਤਾ? ਤੁਸੀਂ ਕੈਥੋਲਿਕ? ਠੀਕ ਨੇ, ਹਾਂ। ਅੱਛਾ, ਹੁਣ ਮਰੀਅਮ ਨੂੰ ਕੀ ਕਹਿੰਦੇ ਸੀ? ਅਸਮਾਨ ਦੀ ਰਾਣੀ। ਇੱਕ ਕਿਤਾਬ ਮੇਰੇ ਕੋਲ ਵੀ ਸੀਗੀ, ਉੱਥੇ ਵੀ ਮੈਂ ਪੜ੍ਹਿਆ ਸੀਗਾ, ਤੇ ਅਸਮਾਨ ਦੀ ਰਾਣੀ। ਪਰ ਅਸਮਾਨ ਦੀ ਰਾਣੀ ਪਹਿਲਾਂ ਕੌਣ ਸੀਗਾ? ਨਮਰੋਦ ਦੀ ਮਾਂ ਮਿਸਰਾਮੀ। ਸੋ ਇਸ ਕਰਕੇ ਨਾਮ ਜਿਹੜਾ ਸਾਰਾ ਚੇਂਜ ਕਰ ਦਿੱਤਾ। ਇਸ ਕਰਕੇ ਮੈਂ ਕਈ ਵਾਰ ਦੱਸਿਆ ਆ ਕਿ ਮੈਂ ਕ੍ਰਿਸਮਿਸ ਦੇ ਮਨਾਉਣ 'ਤੇ ਜਾਂ ਨਾ ਮਨਾਉਣ 'ਤੇ ਮੈਂ ਹਾਲੇ ਫਿਲਹਾਲ ਸਾਇਲੈਂਟ ਹਾਂ, ਕਿਉਂਕਿ ਜਦੋਂ ਸਾਨੂੰ ਆਸ ਪਾਸ ਸਮਝ ਆ ਜਾਏਗੀ ਨਾ, ਸਾਨੂੰ ਆਪੇ ਪਤਾ ਲੱਗ ਜਾਣਾ ਕਿ ਐਕਚੁਅਲੀ ਗੱਲ ਵਿੱਚੋਂ ਕੀ ਆ। ਸੋ ਹਾਲੇ ਅਸੀਂ ਜਿਹੜੀ ਆ ਉਹ ਅਲੱਗ-ਅਲੱਗ ਵਿਚਾਰ ਰੱਖਦੇ ਹਾਂ ਕ੍ਰਿਸਮਿਸ ਦੇ ਵਾਸਤੇ, ਈਸਟਰ ਦੇ ਵਾਸਤੇ ਅਲੱਗ-ਅਲੱਗ ਵਿਚਾਰ ਰੱਖਦੇ ਹਾਂ। ਔਰ ਇਹ ਜਿਹੜਾ ਹਿੱਸਾ ਆ, ਇਸੇ ਕਰਕੇ ਬਹੁਤੇ ਸੇਵਕ ਇਹਨਾਂ ਹਿੱਸਿਆਂ ਨੂੰ ਸੁਣਾਉਣਾ ਪਸੰਦ ਨਹੀਂ ਕਰਦੇ। ਕਿਉਂਕਿ ਇਹ ਵਿਵਾਦ ਵਾਲਾ ਕੰਮ ਹੋ ਸਕਦਾ ਆ। ਔਰ ਅਸੀਂ ਫਜੀਰੇ ਗਏ, ਉੱਥੇ ਮੈਂ ਥੋੜ੍ਹੀ ਗੱਲ ਸ਼ੇਅਰ ਕੀਤੀ ਸੀਗੀ ਕਿ ਪ੍ਰਭੂ ਯਿਸੂ ਮਸੀਹ ਦਾ ਜੀ ਉੱਠਣ ਦੇ ਦਿਨ ਨੂੰ ਅਸੀਂ ਮਨਾਉਂਦੇ ਤਾਂ ਹੈਗੇ ਆ, ਪਰ ਪ੍ਰਭੂ ਯਿਸੂ ਮਸੀਹ ਜੀ ਉੱਠਿਆ ਆ। ਹੁਣ ਪ੍ਰਭੂ ਯਿਸੂ ਮਸੀਹ ਨੇ ਜੀ ਉੱਠਣਾ ਨਹੀਂ। ਹੁਣ ਕਿਹਨੇ ਜੀ ਉੱਠਣਾ? ਅਸੀਂ ਉੱਠਣਾ ਜੀ ਹੁਣ, ਕਿਉਂਕਿ ਪ੍ਰਭੂ ਯਿਸੂ ਨੇ ਦੱਸਿਆ ਆ ਕਿ ਜਿਵੇਂ ਮੈਂ ਜੀ ਉੱਠਿਆ ਐਵੇਂ ਤੁਸੀਂ ਵੀ ਜੀ ਉੱਠਣਾ ਆ। ਸੋ ਪ੍ਰਭੂ ਯਿਸੂ ਮਸੀਹ ਨੇ ਇੱਕ ਵਾਰ ਜਨਮ ਲੈ ਲਿਆ ਧਰਤੀ ਤੇ, ਹੁਣ ਪ੍ਰਭੂ ਯਿਸੂ ਮਸੀਹ ਨੇ ਵਾਪਸ ਜਨਮ ਲੈਣਾ ਨਹੀਂ। ਇਹਦੇ ਬਾਰੇ ਵੱਖ-ਵੱਖ ਵਿਚਾਰ ਆ, ਵੱਖ-ਵੱਖ ਲੋਕੀ ਇਸ ਨੂੰ ਮਨਾਉਂਦੇ ਆ ਕਰਕੇ, ਪਰ ਅਸੀਂ ਇਹਦੇ ਬਾਰੇ ਮੈਂ ਕੁਛ ਨਹੀਂ ਕਹਿਣਾ ਚਾਹੁੰਦਾ ਹਾਲੇ। ਜੇ ਰੱਬ ਨੇ ਕਦੇ ਮੌਕਾ ਦਿੱਤਾ ਤਾਂ ਫਿਰ ਜ਼ਰੂਰ ਅਸੀਂ ਤੁਹਾਨੂੰ ਇਹਦੇ ਬਾਰੇ ਵੀ ਰੌਸ਼ਨੀ ਪਾਵਾਂਗੇ। ਸੋ ਇਸ ਤਰ੍ਹਾਂ ਮਰੀਅਮ ਨੂੰ ਆਕਾਸ਼ ਦੀ ਰਾਣੀ ਕਹਿਣਾ ਸ਼ੁਰੂ ਕਰ ਦਿੱਤਾ, ਜਦ ਕਿ ਪਹਿਲਾਂ ਮਿਸਰਾਮੀ ਨੂੰ ਆਕਾਸ਼ ਦੀ ਰਾਣੀ ਮੰਨਿਆ ਜਾਂਦਾ ਸੀਗਾ। ਆਮੀਨ, ਹਾਲੇਲੂਇਆ। ਥੋੜਾ ਜਿਹਾ ਸਮਝ ਆਉਂਦਾ ਕਿ ਸਾਰਾ ਹੀ ਆ ਗਿਆ? ਤੁਸੀਂ ਦੁਬਾਰਾ ਸੁਣੋ, ਫਿਰ ਤੁਹਾਨੂੰ ਜ਼ਿਆਦਾ ਸਮਝ ਆਉਣਾ। ਆਮੀਨ। ਕਈ ਵਾਰ ਪਹਿਲੀ ਵਾਰੀ ਅਸੀਂ ਸੁਣੀਏ ਨਾ, ਸਾਨੂੰ ਸਮਝ ਨਹੀਂ ਆਉਂਦੀ ਵੀ ਗੱਲ ਕੀ ਹੋ ਰਹੀ ਹੈ, ਪਰ ਜਦੋਂ ਬਾਰ-ਬਾਰ ਸੁਣਾਂਗੇ ਨਾ ਤਾਂ ਸਾਨੂੰ ਫਿਰ ਥੋੜ੍ਹੀ ਸਮਝ ਆ ਜਾਣੀ ਹੈ ਕਿ ਵੀ ਐਕਚੁਅਲੀ ਪਾਸਟਰ ਸਾਹਿਬ ਗੱਲ ਕੀ ਕਰਦੇ ਪਏ ਹੈ ਨਾ। ਸੋ ਕ੍ਰਿਸਮਸ ਔਰ ਈਸਟਰ ਨੂੰ ਗਲਤ ਅਰਥਾਂ ਦੇ ਨਾਲ ਕਲੀਸਿਆ ਦੇ ਉੱਤੇ ਲਾਗੂ ਕੀਤਾ ਗਿਆ ਆ। ਆਪਣੇ ਮਨ ਦੀ ਖੁਸ਼ੀ ਕਹਿ ਲਓ ਜਾਂ ਆਪਣੇ ਆਪ ਨੂੰ ਮਸ਼ਹੂਰ ਕਰਨ ਦੇ ਵਾਸਤੇ ਕਹਿ ਲਓ, ਇਸ ਨੂੰ ਗਲਤ ਤਰੀਕੇ ਦੇ ਨਾਲ ਪੇਸ਼ ਕੀਤਾ ਗਿਆ ਆ। ਕਦੇ ਅਸੀਂ ਸੋਚੀਏ, ਜਿਸ ਤਰ੍ਹਾਂ ਅਸੀਂ ਪਿਛਲੇ ਦਿਨਾਂ ਸਿੱਖਦੇ ਆ ਰਹੇ ਹਾਂ ਕਿ ਹੇ ਭਾਈਓ ਆਪਣੇ ਬੁਲਾਏ ਜਾਣੇ ਪਰ ਵਿਚਾਰ ਕਰੋ। ਕਦੇ ਵਿਚਾਰ ਕਰੋ ਕਿ ਇਹ ਜਿਹੜੀਆਂ ਚੀਜ਼ਾਂ ਆ ਇਹ ਕਿਉਂ ਇਸ ਤਰ੍ਹਾਂ। ਮੈਂ ਕਈ ਵਾਰ ਦੱਸਿਆ ਕਿ ਅਰਥ ਜਿਹੜੇ ਆ ਨਾ ਉਹ ਗਲਤ ਆ ਰਹੇ ਆ। ਜਿਹੜੇ ਬਾਈਬਲ ਦੇ ਕਲਾਮ ਦੇ ਸ਼ਬਦਾਂ ਦੇ ਅਰਥ ਸਾਨੂੰ ਮਿਲਣੇ ਚਾਹੀਦੇ ਆ, ਉਹ ਸ਼ਬਦਾਂ ਦੇ ਅਰਥ ਸਹੀ ਸਾਡੇ ਤੱਕ ਪਹੁੰਚ ਨਹੀਂ ਰਹੇ। ਸੋ 16ਵੀਂ ਸਦੀ ਵਿੱਚ ਮਾਰਟਿਨ ਲੂਥਰ, ਕਈ ਤੁਸੀਂ ਜਾਣਦੇ ਹੋਣੇ ਆ, ਨਾਮ ਤਾਂ ਸੁਣਿਆ ਹੋਣਾ, ਭਾਵੇਂ ਉਹਦੀ ਹਿਸਟਰੀ ਬਾਰੇ ਜ਼ਿਆਦਾ ਨਾ ਪਤਾ ਹੋਵੇ। ਮਾਰਟਿਨ ਲੂਥਰ ਜਿਹੜਾ ਸੀਗਾ ਉਹ ਇੱਕ ਖਾਸ ਇਹਨਾਂ ਦਾ ਪ੍ਰੀਚਰ ਸੀਗਾ, ਪ੍ਰੀਸਟ ਸੀਗਾ ਆਰਤੀ ਦਾ,
ਔਰ ਇਹਦੇ ਵਿੱਚ ਉਹਦਾ ਬੜਾ ਰੁਤਬਾ ਸੀਗਾ। ਔਰ ਉਹਨੂੰ ਜਦੋਂ ਲੱਗਾ ਕਿ ਭਈ ਇਹਦੇ ਵਿੱਚ ਜਿਹੜਾ ਆ ਆਰਤੀ ਦੇ ਵਿੱਚ ਨਾ ਇਹਨੇ ਵਧੀਆ ਤਰੀਕੇ ਦੇ ਨਾਲ ਜਿਹੜਾ ਆ ਅਸੀਂ ਚੱਲ ਨਹੀਂ ਸਕਦੇ, ਕਿਉਂਕਿ ਪ੍ਰਭੂ ਯਿਸੂ ਮਸੀਹ ਨੂੰ ਪਾਉਣਾ ਔਰ ਇਹਦੇ ਵਿੱਚ ਚੱਲਣਾ ਦੋਨੋਂ ਚੀਜ਼ਾਂ ਅਲੱਗ ਅਲੱਗ ਆ। ਇਸ ਕਰਕੇ ਮੈਂ ਇਹਦੇ ਵਿੱਚ ਰਹਿ ਕੇ, ਆਰਤੀ ਦੇ ਵਿੱਚ ਰਹਿ ਕੇ, ਮੈਂ ਕਦੇ ਵੀ ਪ੍ਰਭੂ ਯਿਸੂ ਮਸੀਹ ਨੂੰ ਗ੍ਰਹਿਣ ਕਰ ਹੀ ਨਹੀਂ ਸਕਦਾ, ਕਿਉਂਕਿ ਇਸ ਤਰ੍ਹਾਂ ਦੀਆਂ ਗੱਲਾਂ ਆ ਗਈਆਂ ਸੀਗੀਆਂ ਆਰਤੀ ਦੇ ਵਿੱਚ। ਉਹ ਕਹਿੰਦੇ ਹੁੰਦੇ ਸੀਗੇ ਕਿ ਅਗਰ ਤੁਹਾਡਾ ਕੋਈ ਬਜ਼ੁਰਗ ਮਰ ਗਿਆ ਨਾ, ਜੇ ਤੁਹਾਡਾ ਕੋਈ ਬਜ਼ੁਰਗ ਮਰ ਗਿਆ ਆ ਤੇ ਉਹ ਪਾਪ ਦੇ ਵਿੱਚ ਮਰ ਗਿਆ, ਪਾਪ ਦੇ ਵਿੱਚ ਮਰ ਗਿਆ, ਹੁਣ ਨਰਕ ਵਿੱਚ ਗਿਆ ਹੋਇਆ, ਤੇ ਆਰਤੀ ਕਹਿੰਦਾ ਹੁੰਦਾ ਸੀ ਕਿ ਤੁਸੀਂ ਇੱਦਾਂ ਕਰੋ, ਪੈਸੇ ਲੈ ਕੇ ਆਓ ਸਾਡੇ ਕੋਲ ਤੇ ਅਸੀਂ ਪ੍ਰਾਰਥਨਾ ਕਰਾਂਗੇ, ਤੁਹਾਡਾ ਜਿਹੜਾ ਬਜ਼ੁਰਗ ਨਰਕ ਵਿੱਚ ਬੈਠਾ ਨਾ ਤੇ ਸਾਡੀਆਂ ਪ੍ਰਾਰਥਨਾਵਾਂ ਦੇ ਨਾਲ ਉਹ ਕਿੱਥੇ ਆ ਜਾਏਗਾ? ਸਵਰਗ ਵਿੱਚ ਆ ਜਾਏਗਾ। ਐਵੇਂ ਨਹੀਂ ਇੰਨਾ ਪੈਸਾ ਆ ਗਿਆ ਆਰਤੀ ਦੇ ਕੋਲ, ਐਵੇਂ ਨਹੀਂ ਇੰਨੇ ਵੱਡੇ ਵੱਡੇ ਸਕੂਲ, ਵੱਡੇ ਵੱਡੇ ਹਸਪੀਟਲ ਜਿਹੜੇ ਆ ਉਹ ਆ ਗਏ ਤੇ ਲੋਕਾਂ ਨੂੰ ਬੜਾ ਬੜਾ ਪੈਸਾ ਬਣਦੇ ਹੁੰਦੇ ਸੀਗੇ, ਬੜਾ ਬੜਾ। ਇਹ ਜਿਹੜੇ ਲੋਕੀ ਕਹਿੰਦੇ ਨਾ ਅੱਜ ਕੱਲ੍ਹ ਕਿ ਈਸਾਈ ਬਣਦੇ ਆ, ਪੈਸਾ ਲੈ ਕੇ ਬਣਦੇ ਆ, ਇਹ ਕਿਤੇ ਨਾ ਕਿਤੇ ਪਿੱਛੋਂ ਲੋਕਾਂ ਦੇ ਕੰਨਾਂ 'ਚ ਗੱਲਾਂ ਪਈਆਂ ਹੋਈਆਂ। ਸਾਡੇ ਬਜ਼ੁਰਗ ਦੱਸਦੇ ਹੁੰਦੇ ਸੀਗੇ ਕਿ ਜਦੋਂ ਹਿੰਦੁਸਤਾਨ ਪਾਕਿਸਤਾਨ ਨਹੀਂ ਸੀ ਬਣਿਆ, ਉਦੋਂ ਗੋਰੇ ਲੋਕ ਆਉਂਦੇ ਹੁੰਦੇ ਸੀਗੇ ਤੇ ਉਹਨਾਂ ਨੇ ਰਾਸ਼ਨ ਦੇ ਕੇ ਜਾਣਾ, ਦੁੱਧ ਦੇ ਪੈਕਟ ਦੇ ਕੇ ਜਾਣੇ, ਤੇ ਹੋ ਸਕਦਾ ਵੀ ਕੁਛ ਪੌਂਡ ਵੀ ਦੇ ਕੇ ਜਾਂਦੇ ਹੋਣ, ਹੈ ਨਾ। ਇਹ ਗੱਲ ਸ਼ੁਰੂ ਤੋਂ ਆ ਰਹੀ ਆ, ਤਾਂ ਕਰਕੇ ਹੀ ਅੱਜ ਲੋਕਾਂ ਨੂੰ ਇਹੋ ਗੱਲ ਇੱਕ ਲੱਭੀ ਹੋਈ ਆ ਕਿ ਜਿਹੜੇ ਈਸਾਈ ਬਣਦੇ ਉਹ ਪੈਸੇ ਲੈ ਦੇ ਕੇ ਬਣਦੇ, ਪਰ ਉਹਨਾਂ ਨੂੰ ਅਸਲੀਅਤ ਪਤਾ ਨਹੀਂ ਕਿ ਈਸਾਈ ਪੈਸੇ ਲੈਂਦੇ ਨਹੀਂ, ਈਸਾਈ ਪੈਸੇ ਦਿੰਦੇ ਆ। ਤੇ ਅਸੀਂ ਤਾਂ ਦਾਨ ਵੀ ਦੇਈਦਾ ਆ, ਦਸਵੰਧ ਵੀ ਦੇਈਦਾ ਆ, ਹੈ ਨਾ। ਤੇ ਫਿਰ ਵੀ ਭਾਵੇਂ ਬਿਮਾਰੀ ਵਾਸਤੇ ਪ੍ਰਾਰਥਨਾ ਕਰਦੇ ਅਸੀਂ, ਭਾਵੇਂ ਚੰਗੀ ਹੋਵੇ ਭਾਵੇਂ ਨਾ ਹੋਵੇ, ਪਰ ਅਸੀਂ ਦਾਨ ਫਿਰ ਵੀ ਦਸਵੰਧ ਫਿਰ ਵੀ ਦੇਈ ਜਾਣਾ ਆ, ਔਰ ਮੈਂਬਰਸ਼ਿਪ ਫਿਰ ਵੀ ਅਸੀਂ ਦੇਈ ਜਾਣੀ ਹੈ, ਕਿਉਂਕਿ ਸਰੀਰ ਦੇ ਨਾਲ ਦਾਨ ਦਸਵੰਧ ਦਾ ਕੋਈ ਸੰਬੰਧ ਨਹੀਂਗਾ। ਦਾਨ ਦਸਵੰਧ ਔਰ ਆਫਰਿੰਗ ਔਰ ਮੈਂਬਰਸ਼ਿਪ ਦਾ ਸੰਬੰਧ ਸਾਡੀ ਆਤਮਾ ਦੇ ਨਾਲ ਆ, ਔਰ ਜਦੋਂ ਅਸੀਂ ਸਵਰਗ ਦੇ ਵਿੱਚ ਜਾਣਾ ਆ ਤੇ ਉੱਥੇ ਹਿਸਾਬ ਕਿਤਾਬ ਹੋ ਜਾਣਾ, ਪਤਾ ਲੱਗ ਜਾਣਾ ਵੀ ਕਿੰਨੇ ਲਏ, ਹਾਂਜੀ, ਤੇ ਕਿੰਨੇ ਨਹੀਂ ਦਿੱਤੇ, ਤੇ ਉਹ ਉਧਾਰ ਆਪਣਾ ਇੱਥੇ ਪੂਰਾ ਕਰ ਲਿਓ, ਹੈ ਨਾ। ਜੇਕਰ ਚਰਚ ਨਾਲ ਕੋਈ ਉਧਾਰ ਆ ਨਾ ਤੇ ਪੂਰਾ ਕਰ ਲਿਓ, ਨਹੀਂ ਤਾਂ ਉੱਥੇ ਹਿਸਾਬ ਦਾ ਦੇਣਾ ਪੈਣਾ, ਉੱਥੇ ਫਿਰ ਲੱਭਣਾ ਕਿੱਥੇ ਗਏ, ਜੇਬ 'ਚ ਪੈਸੇ, ਪਰ ਹੁਣ ਤਾਂ ਹੈ ਹੀ ਨਹੀਂ। ਆਮੀਨ, ਹਾਲੇਲੂਇਆ। ਆਰਤੀ ਨੇ ਇਸ ਤਰ੍ਹਾਂ ਦੇ ਨਾਲ ਪੈਸਾ ਇਕੱਠਾ ਕੀਤਾ ਕਿ ਅਗਰ ਤੁਹਾਡਾ ਕੋਈ ਬਜ਼ੁਰਗ ਨਰਕ ਵਿੱਚ ਬੈਠਾ ਤਾਂ ਸਾਨੂੰ ਦੱਸੋ, ਅਸੀਂ ਪ੍ਰਾਰਥਨਾ ਕਰਦੇ ਹਾਂ ਤੇ ਉਹ ਨਰਕ ਵਿੱਚੋਂ ਕਿੱਥੇ ਆ ਜਾਊਗਾ? ਸੋਚੋ ਭਲਾ ਇੱਦਾਂ ਕਿਤੇ ਹੋ ਸਕਦਾ? ਜਿਹਨੂੰ ਪ੍ਰਭੂ ਨੇ ਨਰਕ ਵਿੱਚ ਸੁੱਟਣਾ ਆ, ਕਿਉਂ ਸੁੱਟਣਾ ਨਰਕ ਵਿੱਚ? ਕਿਉਂ? ਉਹਦੇ ਕੰਮ ਹੀ ਇੱਦਾਂ ਦੇ ਆ। ਤੇ ਫਿਰ ਪ੍ਰਭੂ ਵੱਡਾ ਕਿ ਆਰਤੀ ਵੱਡਾ? ਪ੍ਰਭੂ ਵੱਡਾ ਹੈ ਨਾ, ਪ੍ਰਭੂ ਵੱਡਾ, ਕਿਉਂਕਿ ਪ੍ਰਭੂ ਸਾਨੂੰ ਜਿਹੜਾ ਉਹ ਕਾਮਿਲ ਕਰਦਾ। ਪ੍ਰਭੂ ਯਿਸੂ ਮਸੀਹ ਦੇ ਨਾਮ ਦੇ ਵਿੱਚ ਹੀ ਅਸੀਂ ਜਿਹੜਾ ਆ ਉਹ ਨਵਾਂ ਜਨਮ ਪਾਉਣਾ, ਔਰ ਅਸੀਂ ਜਿਹੜਾ ਸਵਰਗ ਰਾਜ ਦੇ ਵਿੱਚ ਜਾਣਾ ਪ੍ਰਭੂ ਯਿਸੂ ਮਸੀਹ ਦੇ ਨਾਮ ਦੇ ਵਿੱਚ ਹੀ ਲਿਖਿਆ। ਜਿਹੜਾ ਨਿਸ਼ਚਾ ਕਰੇ ਔਰ ਬਪਤਿਸਮਾ ਲਵੇ ਉਹ ਬਚਾਇਆ ਜਾਵੇਗਾ, ਪਰ ਜਿਹੜਾ ਵਿਸ਼ਵਾਸ ਨਹੀਂ ਕਰੇਗਾ ਉਸ ਉੱਤੇ ਸਜ਼ਾ ਦਾ ਹੁਕਮ ਕੀਤਾ ਜਾਵੇਗਾ। ਸੋ ਇਸ ਤਰ੍ਹਾਂ 16ਵੀਂ ਸਦੀ ਵਿੱਚ ਮਾਰਟਿਨ ਲੂਥਰ ਨੇ ਜਿਹੜਾ ਸੀਗਾ ਉਹ ਆਰਤੀ ਨੂੰ ਛੱਡ ਦਿੱਤਾ। ਉਹ ਕਹਿੰਦਾ ਭਾਈ ਤੁਹਾਡੇ ਵਿੱਚ ਜਿਹੜੇ ਆ 90 ਪ੍ਰਕਾਰ ਦੀਆਂ ਗਲਤੀਆਂ ਆ ਤੁਹਾਡੇ ਵਿੱਚ, ਤੇ ਮੈਂ ਤੁਹਾਡੇ ਵਿੱਚ ਰਹਿ ਨਹੀਂ ਸਕਦਾ, ਗਲਤ ਦੇ ਨਾਲ ਰਹਿ ਕੇ ਮੈਂ ਵੀ ਗਲਤ ਬਣਨਾ ਨਹੀਂ ਚਾਹੁੰਦਾ। ਸਭ ਤੋਂ ਵੱਡਾ ਉਹਨਾਂ ਦਾ ਪ੍ਰੀਚਰ ਸੀਗਾ, ਪ੍ਰੀਚ ਸੀਗਾ, ਔਰ ਇਹਨੇ ਆਪਣੇ ਹੀ ਮਿਸ਼ਨ ਦੇ ਵਿੱਚੋਂ ਕਿੰਨੀਆਂ ਗਲਤੀਆਂ ਕੱਢੀਆਂ? 90, ਮੇਰੇ ਖਿਆਲ 90 ਜਾਂ 90 ਤੋਂ ਵੱਧ ਹੀ ਹੋ ਸਕਦੀਆਂ, ਘੱਟ ਨਹੀਂ ਸੀ, 90 ਤੋਂ ਵੱਧ ਹੀ ਹੋਣਗੀਆਂ। ਉਹ ਕਹਿੰਦਾ ਭਾਈ ਆਪਾਂ ਨਹੀਂ ਰਹਿ ਸਕਦੇ, ਤੇ ਮੇਰੀ ਵੱਲੋਂ ਤੁਹਾਨੂੰ ਜਿਹੜਾ ਆ ਨਾ ਉਹ ਬਸ ਓਕੇ ਰਿਪੋਰਟ ਹੀ ਆ, ਮੈਂ ਹੁਣ ਇਹਦੇ ਵਿੱਚ ਰਹਿ ਸਕਦਾ, ਮੈਂ ਨਹੀਂ ਰਹਿ ਸਕਦਾ। ਸੋ 1904 ਦੇ ਵਿੱਚ ਲਾਸ ਐਂਜਲ ਵਿੱਚ ਪਵਿੱਤਰ ਆਤਮਾ ਜਿਹੜਾ ਸੀਗਾ, ਉੱਥੇ ਲਾਸ ਐਂਜਲ ਦੇ ਵਿੱਚ, ਲਾਸ ਐਂਜਲ ਅਮਰੀਕਾ 'ਚ, ਅਮਰੀਕਾ ਦੇ ਵਿੱਚ ਨਾ, ਉੱਥੇ ਪਵਿੱਤਰ ਆਤਮਾ ਉਤਰਿਆ ਸੀਗਾ। ਇਹ ਮੈਂ ਕਿਉਂ ਕਹਿ ਰਿਹਾ 1904 ਦੇ ਵਿੱਚ? ਕਿਉਂਕਿ 1904 ਤੱਕ ਪਵਿੱਤਰ ਆਤਮਾ ਬਿਲਕੁਲ ਸਾਇਲੈਂਟ ਹੋ ਚੁੱਕਾ ਸੀ। ਪਵਿੱਤਰ ਆਤਮਾ ਜਦੋਂ ਪਹਿਲੀ ਸਦੀ ਵਿੱਚ ਚੇਲੇ ਪ੍ਰਭੂ ਯਿਸੂ ਮਸੀਹ ਦੀ ਪ੍ਰਾਰਥਨਾ ਕਰਦੇ ਸੀਗੇ, ਤੇ ਉਦੋਂ ਪਵਿੱਤਰ ਆਤਮਾ ਬੜੇ ਲੋਕਾਂ ਦੇ ਪਵਿੱਤਰ ਆਤਮਾ ਉਤਰਦਾ ਸੀਗਾ। ਉਦੋਂ ਪੰਤੇਕੁਸਤ ਦਾ ਦਿਨ ਸ਼ੁਰੂ ਕੀਤਾ ਗਿਆ। ਪੰਤੇਕੁਸਤ ਦਾ ਮਤਲਬ ਵੀ ਪਵਿੱਤਰ ਆਤਮਾ ਦਾ ਦਿਨ। ਪਰ ਉਸ ਤੋਂ ਬਾਅਦ ਪਵਿੱਤਰ ਆਤਮਾ ਉਤਰਨਾ ਬੰਦ ਹੋ ਗਿਆ ਸੀਗਾ। 1904 ਦੇ ਵਿੱਚ ਲਾਸ ਐਂਜਲ ਦੇ ਵਿੱਚ ਪਵਿੱਤਰ ਆਤਮਾ ਬੜੇ ਜ਼ੋਰ ਨਾਲ ਉਤਰਿਆ, ਤੇ ਲੋਕਾਂ ਨੂੰ ਪਤਾ ਲੱਗਾ ਵੀ ਪਵਿੱਤਰ ਆਤਮਾ ਵੀ ਕੋਈ ਚੀਜ਼ ਆ। ਬੋਲੋ ਹਾਲੇਲੂਇਆ। ਔਰ 1906 ਦੇ ਵਿੱਚ ਭਾਰਤ ਦੇ ਇੱਕ ਹਿੱਸੇ ਦੇ ਵਿੱਚ ਵੀ ਇੱਕ ਹੋਸਟਲ, ਗਰਲਜ਼ ਹੋਸਟਲ ਦੇ ਵਿੱਚ ਪਵਿੱਤਰ ਆਤਮਾ ਉਸ ਜਗ੍ਹਾ ਤੇ ਉਤਰਿਆ। ਉਸ ਦਾ ਹੋਸਟਲ ਦਾ ਨਾਮ ਸੀਗਾ, ਇਹ ਪੁਣੇ ਸ਼ਹਿਰ ਵਿੱਚ ਸੀਗਾ, ਔਰ ਪੰਡਿਤ ਰਾਮਾ ਭਾਈ ਗਰਲਜ਼ ਹੋਸਟਲ ਆ, ਉਹਦੇ ਵਿੱਚ ਕੁਝ ਵਿਸ਼ਵਾਸੀ ਲੜਕੀਆਂ ਹੋਣਗੀਆਂ
ਜਿਨ੍ਹਾਂ ਨੇ ਬੈਠ ਕੇ ਪ੍ਰਾਰਥਨਾ ਕੀਤੀ ਤੇ ਉਹਨਾਂ ਦੇ ਉੱਤੇ ਪਵਿੱਤਰ ਆਤਮਾ ਉਤਰਿਆ। ਇਹ ਸੋਚੋ ਕਿ ਜਦੋਂ ਪਵਿੱਤਰ ਆਤਮਾ ਉਹਨਾਂ ਦੇ ਉਤਰਿਆ ਤਾਂ ਲੋਕਾਂ ਦੇ ਉੱਪਰ ਕੀ ਅਸਰ ਹੋਇਆ ਹੋਵੇਗਾ, ਹੈ ਨਾ। ਪਰ ਅੱਜ ਜਿਹੜਾ ਆ ਪਵਿੱਤਰ ਆਤਮਾ ਇਸੇ ਕਰਕੇ ਬਹੁਤਿਆਂ ਦੇ ਕੋਲ ਪਵਿੱਤਰ ਆਤਮਾ ਹੈ ਨਹੀਂਗਾ, ਕਿਉਂਕਿ ਪਵਿੱਤਰ ਆਤਮਾ ਦਾ ਹਾਲੇ ਤੱਕ ਕੰਮ ਚੱਲ ਰਿਹਾ ਆ, ਹਾਲੇ ਬੰਦ ਨਹੀਂ ਹੋਇਆ, ਪੂਰੀ ਤਰ੍ਹਾਂ ਬੰਦ ਨਹੀਂ ਹੋਇਆ, ਹਾਲੇ ਤੱਕ ਪਵਿੱਤਰ ਆਤਮਾ ਦਾ ਕਾਰਜ ਚੱਲ ਰਿਹਾ ਆ। ਪਰ ਫਿਰ ਵੀ ਪਵਿੱਤਰ ਆਤਮਾ ਬਹੁਤ ਘੱਟ ਲੋਕਾਂ ਦੇ ਉੱਤੇ ਉਤਰਦਾ ਆ। ਇਹਦਾ ਕਾਰਨ ਵੇਖ ਲਓ ਹੁਣ ਕੀ ਆ। ਜੇਕਰ ਪਹਿਲੀ ਸਦੀ ਤੋਂ ਬਾਅਦ 1904 ਦੇ ਵਿੱਚ ਪਵਿੱਤਰ ਆਤਮਾ ਦਾ ਜ਼ੋਰ ਹੋਇਆ ਤੇ ਅੱਜ ਕਿਉਂ ਪਵਿੱਤਰ ਆਤਮਾ ਦਾ ਜ਼ੋਰ ਨਹੀਂ ਹੈ? ਇਹਦਾ ਮਤਲਬ ਕਿ ਕੁਝ ਸ਼ਕਤੀਆਂ ਜਿਹੜੀਆਂ ਸ਼ੈਤਾਨੀ ਸ਼ਕਤੀਆਂ, ਉਹਨਾਂ ਦਾ ਅਸਰ ਜਿਹੜਾ ਆ ਉਹ ਹੈਗਾ ਆ ਕਲੀਸਿਆਵਾਂ ਦੇ ਉੱਤੇ ਤੇ ਵਿਸ਼ਵਾਸੀਆਂ ਦੇ ਉੱਤੇ, ਤਾਂ ਇਹਦਾ ਪਵਿੱਤਰ ਆਤਮਾ ਪੂਰੇ ਜ਼ੋਰ ਨਾਲ ਉਤਰਦਾ ਨਹੀਂ। ਬੋਲੋ ਹਾਲੇਲੂਇਆ। ਸੋ ਉਸ ਹੌਸਲ ਦੇ ਵਿੱਚ ਪਵਿੱਤਰ ਆਤਮਾ ਉਤਰਿਆ ਔਰ ਪਵਿੱਤਰ ਆਤਮਾ ਦਾ ਕੰਮ ਜਿਹੜਾ ਆ ਉਹ ਪਹਿਲੀ ਸਦੀ ਵਾਂਗ ਸ਼ੁਰੂ ਹੋ ਗਿਆ। 1904 ਦੇ ਵਿੱਚ ਪਹਿਲੀ ਸਦੀ ਵਿੱਚ ਜਿੱਦਾਂ ਪਵਿੱਤਰ ਆਤਮਾ ਕਾਰਜ ਕਰਦਾ ਸੀਗਾ, ਲੋਕੀ ਪਵਿੱਤਰ ਆਤਮਾ ਦੇ ਵਾਸਤੇ ਬਹੁਤ ਮਿਹਨਤ ਕਰਦੇ ਸੀਗੇ ਕਿ ਸਾਨੂੰ ਪਵਿੱਤਰ ਆਤਮਾ ਮਿਲ ਜਾਵੇ, ਕਿਉਂਕਿ ਪਵਿੱਤਰ ਆਤਮਾ ਪ੍ਰਭੂ ਯਿਸੂ ਮਸੀਹ ਨੇ ਕਿਹਾ ਪਵਿੱਤਰ ਆਤਮਾ ਕੌਣ ਹੋਏਗਾ ਤੁਹਾਡਾ? ਹਾਂਜੀ, ਕੌਣ ਹੋਏਗਾ? ਸਹਾਇਕ। ਤੇ ਸਾਡੇ ਕੰਮ ਜਿਹੜੇ ਤਾਂ ਹੀ ਕਈ ਰੁਕ ਜਾਂਦੇ ਕਿਉਂਕਿ ਅਸੀਂ ਸਹਾਇਕ ਪਰਮੇਸ਼ਰ ਦੇ ਕੋਲੋਂ ਸਹਾਇਕ ਮੰਗਦੇ ਹੀ ਨਹੀਂ ਆ। ਸਾਡਾ ਸਹਾਇਕ ਪਵਿੱਤਰ ਆਤਮਾ ਆ। ਇਸੇ ਕਰਕੇ ਸਾਨੂੰ ਕਈ ਗੱਲਾਂ ਫਿਰ ਯਾਦ ਨਹੀਂ ਹੁੰਦੀਆਂ। ਹਾਂਜੀ, ਟਾਈਮ ਹੋ ਗਿਆ? ਇਹ ਤੁਹਾਨੂੰ ਪਤਾ ਲੱਗਾ, ਲਾਡੀ ਸਾਹਿਬ ਨੂੰ ਕਿਹਨੂੰ ਪਤਾ ਲੱਗਾ? ਹਾਂਜੀ ਨਹੀਂ, ਮੈਂ ਕਹਿ ਰਿਹਾ ਕਲਾਮ ਦਾ ਵੀ ਟਾਈਮ ਦੇਖਿਆ ਕਰੋ ਨਾ। ਫਿਰ ਮੈਂ ਕਹਿ ਰਿਹਾ ਹੈ ਨਾ, ਕਿਉਂਕਿ ਟਾਈਮ ਟੂ ਟਾਈਮ ਜਿਹੜਾ ਕੰਮ ਹੋਣਾ ਚਾਹੀਦਾ। ਕਲਾਮ ਦਾ ਜਿਹੜਾ ਟਾਈਮ ਉਹ ਕਲਾਮ ਨੂੰ ਦੇਣਾ ਚਾਹੀਦਾ ਹੈ। ਹਾਲੇ 21 ਮਿੰਟ ਦਾ ਵਚਨ ਹੋਇਆ ਸਿਰਫ, ਹੈ ਨਾ। ਕੋਈ ਨਾ, ਆਪਾਂ ਸਟਾਪ ਕਰਦੇ ਹਾਂ, ਅਗਲੇ ਹਫ਼ਤੇ ਵੀ ਆ ਜਾਵਾਂਗੇ। ਪਰ ਅੱਗੇ ਤੋਂ ਜਿਹੜਾ ਲੀਡ ਕਰਦਾ, ਭਾਵੇਂ ਲਾਡੀ ਸਾਹਿਬ, ਭਾਵੇਂ ਸਟੀਫਨ, ਭਾਵੇਂ ਪਾਲੀ ਸਾਹਿਬ, ਕੋਈ ਵੀ ਆ, ਵਚਨ ਦੇ ਵਾਸਤੇ ਟਾਈਮ ਰਿਜ਼ਰਵ ਰੱਖੋ, ਠੀਕ ਹੈ ਜੀ। ਔਰ